बिस्मिल्लाहिर्रहमानिर्रहीम। नाज़रीन अस्सलाम वालेकुम। तुसीं देखदे पियो न्यूज़ टाइम ते न्यूज़ टाइम ਦੀਆਂ ਖਬਰਾਂ ਵਿੱਚ ਸਭ ਤੋਂ ਪਹਿਲੇ ਖਬਰ ਇਮਰਾਨ ਖਾਨ ਦੀ ਜ਼ਮਾਨਤ ਫਿਰ ਲਟਕ ਗਈ ਹੈ। 190 ਮਿਲੀਅਨ ਪਾਉਂਡ ਕੇਸ ਦੇ ਵਿੱਚ ਦਰਖਾਸਤਾਂ ਤੇ ਸਮਾਅਤ ਬਗੈਰ ਕਾਰਵਾਈ ਦੇ ਮੁਲਤਵੀ ਕਰ ਦਿੱਤੀ ਗਈ ਹੈ। ਪਾਕਿਸਤਾਨ ਤਰੀਕੇ ਇਨਸਾਫ ਦੇ ਪੈਟਰਨ ਚੀਫ ਇਮਰਾਨ ਖਾਨ ਤੇ ਉਹਨਾਂ ਦੀ ਬੁੱਢੀ ਬੁਸ਼ਰਾ ਬੀਬੀ ਦੀ 190 ਮਿਲੀਅਨ ਪਾਉਂਡ ਕੇਸ ਦੇ ਵਿੱਚ ਸਜ਼ਾ ਮੁਅੱਤਲੀ ਦੀ ਦਰਖਾਸਤਾਂ ਬਗੈਰ ਸਮਾਅਤ ਦੇ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖਾਨ ਤੇ ਉਹਨਾਂ ਦੀ ਬੁੱਢੀ ਬੁਸ਼ਰਾ ਬੀਬੀ ਦੀ 190 ਮਿਲੀਅਨ ਪਾਉਂਡ ਦੀ ਸਜ਼ਾ ਮੁਅੱਤਲੀ ਦੀ ਦਰਖਾਸਤ ਤੇ ਸਮਾਅਤ ਨੈਬ ਦੇ ਸਪੈਸ਼ਲ ਪ੍ਰੋਸੀਕਿਊਟਰ ਦੀ ਅਦਮੇ ਦਸਤਿਆਬੀ ਦੀ ਵਜ੍ਹਾ ਨਾਲ ਬਗੈਰ ਕਾਰਵਾਈ ਦੇ 16 ਅਕਤੂਬਰ ਤੱਕ ਮੁਲਤਵੀ ਕਰਤੀ ਹੈ। ਤੇ ਦੂਜਾ ਇਮਰਾਨ ਖਾਨ ਦਾ ਵੀਡੀਓ ਲਿੰਕ ਟ੍ਰਾਇਲ ਦੇ ਖਿਲਾਫ ਪਟੀਸ਼ਨ ਜਿਹੜੀ ਹੈ ਲਾਹੌਰ ਹਾਈ ਕੋਰਟ ਦੇ ਵਿੱਚ ਰਾਵਲਪਿੰਡੀ ਦੀ ਰਜਿਸਟਰੀ ਵਿੱਚ ਗਵਾਚ ਗਈ ਹੈ। ਇਹਨੂੰ ਕਹਿੰਦੇ ਨੇ ਚਿਰਾਗ ਥੱਲੇ ਹਨੇਰਾ। ਉਹਦੇ ਵਿੱਚ ਆਖਿਆ ਹੈ ਕਿ ਇਮਰਾਨ ਖਾਨ ਦੇ ਵਕੀਲ ਸਲਮਾਨ ਅਕਰਮ ਰਾਜਾ ਨੇ ਆਖਿਆ ਹੈ ਕਿ ਮੈਨੂੰ ਇਤਲਾਹ ਦਿੱਤੀ ਗਈ ਹੈ ਕਿ ਇਮਰਾਨ ਖਾਨ ਦੀ ਜਾਨਬ ਤੋਂ ਵੀਡੀਓ ਲਿੰਕ ਟ੍ਰਾਇਲ ਦੇ ਖਿਲਾਫ ਪਟੀਸ਼ਨ ਲਾਹੌਰ ਹਾਈ ਕੋਰਟ ਰਾਵਲਪਿੰਡੀ ਬੈਂਚ ਦੇ ਵਿੱਚ ਰਜਿਸਟਰੀ ਗੁੰਮ ਹੋ ਗਈ ਹੈ। ਮੇਰੀ ਮਾਮਲਤ ਕਰਨ ਵਾਲੇ ਜਿਹੜੇ ਇਰਫਾਨ ਨਿਆਜ਼ੀ ਵਕੀਲ ਨੇ ਉਹਨਾਂ ਨੂੰ ਰਜਿਸਟਰਾਰ ਦੇ ਅਮਲੇ ਨੇ ਦੱਸਿਆ ਕਿ ਫਾਈਲ ਨਹੀਂ ਲੱਭ ਰਹੀ, ਲਿਹਾਜ਼ਾ ਮੁਕੱਦਮਾ ਸੁਣਵਾਈ ਵਾਸਤੇ ਨਹੀਂ ਲੱਗ ਸਕਦਾ। ਤੇ ਉਸ ਤੋਂ ਇਲਾਵਾ ਨੈਬ ਦਾ ਜ਼ੁਲਫੀ ਬੁਖਾਰੀ ਦੀ 800 ਕਨਾਲ ਜ਼ਰਈ ਅਰਾਜ਼ੀ ਨੀਲਾਮ ਕਰਨ ਦਾ ਫੈਸਲਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਜ਼ੁਲਫੀ ਬੁਖਾਰੀ ਦੀ 800 ਕਨਾਲ ਜ਼ਰਈ ਅਰਾਜ਼ੀ ਜਿਹੜੀ ਹੈ ਨੀਲਾਮ ਕਰਨ ਦਾ ਫੈਸਲਾ ਕਰਦੇ ਆਇਆ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਨੈਬ ਨੇ ਇਸ ਹਵਾਲੇ ਤੋਂ ਅਸਿਸਟੈਂਟ ਕਮਿਸ਼ਨਰ ਜਿਹੜਾ ਹੈ ਅਟਕ ਉਹਨੇ ਬਾਜ਼ਾਬਤਾ ਨੀਲਾਮੀ ਦਾ ਇਸ਼ਤਿਹਾਰ ਵੀ ਜਾਰੀ ਕੀਤਾ ਹੈ, ਜਿਹਦੇ ਤਹਿਤ 1 ਅਕਤੂਬਰ ਨੂੰ ਦਿਨ 11 ਵਜੇ ਮਿਊਨਿਸਪਲ ਦਫ਼ਤਰ ਦੇ ਵਿੱਚ ਜਿਹੜਾ ਨਾ ਕਾਰਵਾਈ ਹੋਏਗੀ। ਉਸ ਤੋਂ ਇਲਾਵਾ ਵਜ਼ੀਰ ਆਜ਼ਮ ਦੀ ਬਿਲ ਗੇਟ ਨਾਲ ਮੁਲਾਕਾਤ ਸਿਹਤ ਤੇ ਮੈਸ਼ੀਅਤ ਤੇ ਡਿਜੀਟਲਾਈਜ਼ ਦੇ ਤਾਵਨ ਤੇ ਇਤਫਾਕ ਕਰਨ ਹੋਇਆ ਹੈ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਦੀ ਬਿਲ ਗੇਟਸ ਨਾਲ ਮੁਲਾਕਾਤ ਦੇ ਵਿੱਚ ਵਜ਼ੀਰ ਆਜ਼ਮ ਆਫਿਸ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਬਿਲ ਗੇਟ ਫਾਊਂਡੇਸ਼ਨ ਦੇ ਬਾਨੀ ਬਿਲ ਗੇਟ ਨੇ ਕੌਮੀ ਮੁਤੱਹਿਦਾ ਦੀ ਜਨਰਲ ਅਸੈਂਬਲੀ ਦੇ 80ਵੇਂ ਇਜਲਾਸ ਦੀ ਸਾਈਡ ਲਾਈਨ ਤੇ ਖੁਸ਼ਗਵਾਰ ਮਾਹੌਲ ਦੇ ਵਿੱਚ ਮੁਲਾਕਾਤ ਕੀਤੀ, ਜਿਹਦੇ ਵਿੱਚ ਬਿਲ ਗੇਟ ਫਾਊਂਡੇਸ਼ਨ ਦੇ ਵੱਲੋਂ 2022 ਦੇ ਸਲਾਬ ਦੇ ਪੇਸ਼ੇ ਨਜ਼ਰ ਕਾਬਲੇ ਜ਼ਿਕਰ ਜਿਹੜੀ ਇਮਦਾਦਾ ਕਾਰਵਾਈ ਕੀਤੀ ਯਾਦ ਕਰਾਉਂਦੇ ਆਇਆ 2025 ਦੇ ਸਲਾਬ ਤੋਂ ਬਾਅਦ ਵੀ ਇਮਦਾਦ ਦੇ ਹਵਾਲੇ ਨਾਲ ਗੁਫ਼ਤਗੂ ਕੀਤੀ। ਤੇ ਉਸ ਤੋਂ ਇਲਾਵਾ ਮੁਲਕ ਦੇ ਵਿੱਚ ਰੂਲ ਆਫ ਲਾ ਕੋਈ ਨਹੀਂ ਜੇ ਰਹਿ ਗਿਆ। 26ਵੀਂ ਆਈਨੀ ਤਰਮੀਮ ਵਾਸਤੇ ਨਾ ਖਲੋਤੇ ਤੇ ਚਾਈਨਾ ਮਾਡਲ ਲੱਗ ਸਕਦਾ ਹੈ। ਇਹ ਖਬਰਦਾਰ ਕੀਤਾ ਹੈ ਜਸਟਿਸ ਰਿਟਾਇਰਡ ਸ਼ਾਹ ਜਮੀਲ ਨੇ। ਲਾਹੌਰ ਹਾਈ ਕੋਰਟ ਦੇ ਵਿੱਚੋਂ ਮੁਸਤਾਫੀ ਹੋਣ ਵਾਲੇ ਜਸਟਿਸ ਰਿਟਾਇਰਡ ਸ਼ਾਹ ਜਮੀਲ ਦਾ ਕਹਿਣਾ ਸੀ ਕਿ 26ਵੀਂ ਆਈਨੀ ਤਰਮੀਮ ਦੇ ਖਿਲਾਫ ਨਾ ਖਲੋਤੇ ਤੇ ਜੁਡੀਸ਼ਰੀ ਖਤਮ ਤੇ ਚਾਈਨਾ ਮਾਡਲ ਲੱਗ ਸਕਦਾ ਹੈ। 27ਵੀਂ ਆਈਨੀ ਤਰਮੀਮ ਦੇ ਜ਼ਰੀਏ ਮਜ਼ੀਦ ਕਦਗਨ ਲਾਉਣ ਦੀ ਤਿਆਰੀ ਹੋ ਰਹੀ ਹੈ। ਇਸਲਾਮਾਬਾਦ ਦੇ ਵਿੱਚ ਜਾਰੀ ਵਕਲਾ ਦੀ ਗੋਲਮੇਜ਼ ਕਾਨਫਰੰਸ ਨਾਲ ਖਿਤਾਬ ਕਰਦੇ ਆਏ ਉਹਨਾਂ ਨੇ ਆਖਿਆ ਕਿ 26ਵੀਂ ਆਈਨੀ ਤਰਮੀਮ ਜੁਡੀਸ਼ਰੀ ਨੂੰ ਕੰਟਰੋਲ ਕਰਨ ਦੀ ਸਾਜ਼ਿਸ਼ ਹੈ। ਸਾਰੀਆਂ ਸਿਆਸੀ ਜਮਾਤਾਂ 26ਵੀਂ ਆਈਨੀ ਤਰਮੀਮ ਵਿੱਚ ਸ਼ਾਮਲ ਨੇ। 26ਵੀਂ ਤਰਮੀਮ ਦਾ ਜਿਹੜਾ ਡਾਕੂਮੈਂਟ ਹੈ ਇਸ ਮੁਲਕ ਦਾ ਸਿਆਹਤਰੀਨ ਡਾਕੂਮੈਂਟ ਹੈ। ਉਹਨਾਂ ਨੇ ਆਖਿਆ ਪਾਰਲੀਮੈਂਟ ਨੇ ਪਾਸ ਕੀਤਾ, ਇਸ ਤੋਂ ਪਹਿਲੇ ਕੰਮ ਪੀਸੀਓ ਦੇ ਜ਼ਰੀਏ ਹੁੰਦਾ ਸੀ। ਹੁਣ ਕੋਈ ਡਿਕਟੇਟਰ ਜਦੋਂ ਮੁਲਕ ਤੇ ਕਾਬਜ਼ ਹੁੰਦਾ ਸੀ ਤੇ ਉਹ ਸਭ ਤੋਂ ਪਹਿਲੇ ਅਦਲੀਆ ਨੂੰ ਮੈਨੇਜ ਕਰਦਾ ਸੀ, ਕਿਉਂਕਿ ਇਹ ਤੋਂ ਬਗੈਰ ਕੰਮ ਨਹੀਂ ਚੱਲ ਸਕਦਾ। ਤੇ ਫਲਕ ਜਵੇਦ ਦਾ 5 ਰੋਜ਼ਾ ਜਿਸਮਾਨੀ ਰਿਮਾਂਡ ਵੀ ਮਨਜ਼ੂਰ ਕਰ ਦਿੱਤਾ ਗਿਆ ਹੈ। ਪਾਕਿਸਤਾਨ ਤਰੀਕੇ ਇਨਸਾਫ ਦੀ ਫਲਕ ਜਵੇਦ ਦਾ 5 ਰੋਜ਼ਾ ਜਿਸਮਾਨੀ ਰਿਮਾਂਡ ਮਨਜ਼ੂਰ ਕਰ ਲਿੱਤਾ ਗਿਆ ਹੈ। ਦੌਰਾਨੇ ਸਮਾਅਤ ਐਨਸੀਸੀਆਈ ਨੇ 30 ਰੋਜ਼ਾ ਰਿਮਾਂਡ ਮੰਗਿਆ, ਜਿਹਦੇ ਵਿੱਚੋਂ ਪ੍ਰੋਸੀਕਿਊਸ਼ਨ ਨੇ ਮੌਕਫ ਇਖਤਿਆਰ ਕੀਤਾ ਕਿ ਡਿਜੀਟਲ ਡਿਵਾਈਸ ਸਾਨੂੰ ਜਿਹੜੀ ਹੈ ਨਾ ਉਹ ਚਾਹੀਦੀ ਹੈ ਤਾਂ ਕਿ ਡਾਕੂਮੈਂਟਰੀ ਬਣਾ ਕੇ ਦਈਏ ਤੇ ਮੁਲਜ਼ਮਾਂ ਦਾ 30 ਦਿਨ ਦਾ ਜਿਸਮਾਨੀ ਰਿਮਾਂਡ ਮਨਜ਼ੂਰ ਕੀਤਾ ਜਾਏ। ਲੇਕਿਨ ਅਦਾਲਤ ਨੇ ਫਲਕ ਜਵੇਦ ਦਾ 5 ਦਿਨ ਦਾ ਜਿਸਮਾਨੀ ਰਿਮਾਂਡ ਦੀ ਮਨਜ਼ੂਰੀ ਦਿੱਤੀ ਹੈ। ਤੇ ਸ਼ਾਹਿਦ ਅਫਰੀਦੀ ਵੀ ਕ੍ਰਿਕਟ ਦੇ ਪਟ ਗਏ ਨੇ। ਉਹਨਾਂ ਨੇ ਆਖਿਆ ਹੈ ਕ੍ਰਿਕਟ ਜਿਨ੍ਹਾਂ ਦਾ ਸ਼ੋਭਾ ਹੈ ਉਹ ਲੀਡ ਕਰਨ ਤੇ ਚੀਜ਼ਾਂ ਬਿਹਤਰ ਹੋ ਸਕਦੀਆਂ ਨੇ। ਉਹਨਾਂ ਨੇ ਆਖਿਆ ਕਿ ਟੈਲੈਂਟ ਦਾ ਨੂੰ ਹਾਈ ਲੈਵਲ ਤੇ ਲੈ ਕੇ ਜਾਣ ਦੀ ਜ਼ਰੂਰਤ ਹੈ, ਪ੍ਰੋਫੈਸ਼ਨਲ ਅਕੈਡਮੀਆਂ ਬਣਾਉਣਾ ਹੋਣਗੀਆਂ। ਉਸ ਤੋਂ ਇਲਾਵਾ ਟਰੰਪ ਨੇ ਜਿਹੜਾ ਵੇ ਉਹ ਅਰਬ ਰਹਿਨੁਮਾਵਾਂ ਨੂੰ ਗਜ਼ਾ ਜੰਗਬੰਦੀ ਵਾਸਤੇ 21 ਨਿਕਾਤੀ ਫਾਰਮੂਲਾ ਪੇਸ਼ ਕਰਤਾ ਹੈ, ਜਿਹਦੇ ਵਿੱਚੋਂ ਮਗਰਬੀ ਕਿਨਾਰੇ ਨੂੰ ਇਸਰਾਈਲ ਦੇ ਵਿੱਚ ਇੰਤਜ਼ਾਮ ਨਾ ਕਰਨ ਦੀ ਯਕੀਨ ਦਹਾਨੀ, ਯਰੂਸ਼ਲਮ ਦੇ ਮੌਜੂਦਾ ਸਟੇਟਸ ਨੂੰ ਕਾਇਮ ਰੱਖਣ ਰੱਖਣਾ, ਉਸ ਤੋਂ ਇਲਾਵਾ ਗਜ਼ਾ ਜੰਗ ਦਾ ਖਾਤਮਾ ਤੇ ਜਰਗਮਾਲੀਆਂ ਦੀ ਰਿਹਾਈ ਤੇ ਗਜ਼ਾ ਤੇ ਇਨਸਾਨੀ ਇਮਦਾਦ ਦੇ ਵਿੱਚ ਇਜ਼ਾਫਾ ਤੇ ਇਸਰਾਈਲੀ ਗੈਰ ਕਾਨੂੰਨੀ ਬਸਤੀਆਂ ਦੇ ਮਸਲੇ ਦਾ ਹੱਲ ਕੱਢਣਾ। ਉਸ ਤੋਂ ਇਲਾਵਾ ਯਮਨੀ ਸਦਰ ਨੇ ਅਕਵਾਮ ਮੁਤੱਹਿਦਾ ਕੋਲੋਂ ਮੁਤਾਲਬਾ ਕੀਤਾ ਕਿ ਸਾਬਤ ਕਰੋ ਕਿ ਬੈਨ ਅਲ ਅਕਵਾਮੀ ਕਾਨੂੰਨ ਮਹਿਜ਼ ਇੱਕ ਅਫਸਾਨਾ ਹੈਗਾ ਹੈ
ਉਹਨਾਂ ਨੇ ਆਖਿਆ, ਜਨਰਲ ਅਸੈਂਬਲੀ ਨੇ ਖਿਤਾਬ ਕਰਦਿਆਂ ਆਲਮੀ ਬਰਾਦਰੀ ਤੇ ਜ਼ੋਰ ਦਿੱਤਾ ਕਿ ਸਾਬਤ ਕਰੋ ਕਿ ਬੈਨ ਅਲ-ਅਕਵਾਮੀ ਕਾਨੂੰਨ ਇੱਕ ਅਫਸਾਨਾ ਨਹੀਂ ਬਲਕਿ ਇੱਕ ਜ਼ਿੰਦਾ ਹਕੀਕਤ ਹੈ। ਆਲਮੀ ਖਬਰ ਅਸਾਰ ਅਦਾਰੇ ਦੇ ਮੁਤਾਬਕ ਯਮਨੀ ਸਦਰ ਨੇ ਮਜ਼ੀਦ ਕੇ ਆਖਿਆ ਕਿ ਯਮਨ ਤੇ ਗਜ਼ਾ ਦੀ ਸੂਰਤ-ਏ-ਹਾਲ ਅੱਜ ਆਲਮੀ ਜ਼ਮੀਨ ਵਾਸਤੇ ਇੱਕ ਅਖਲਾਕੀ ਕਸੌਟੀ ਬਣ ਚੁੱਕੀ ਹੈ ਤੇ ਤਾਲਿਬਾਨ ਨੇ ਖਵਾਤੀਨ ਦੇ ਮਰਦ ਡੈਂਟਿਸਟਾਂ ਕੋਲੋਂ ਇਲਾਜ ਕਰਾਉਣ ਤੇ ਪਾਬੰਦੀ ਲਾਤੀ ਹੈ। ਖਵਾਤੀਨ ਨੂੰ ਦੰਦਾਂ ਦੇ ਇਲਾਜ ਵਾਸਤੇ ਮਰਦ ਦੰਦਾਨ ਸਾਜ਼ਾਂ ਦੇ ਕੋਲ ਜਾਣ ਤੋਂ ਰੋਕ ਦਿੱਤਾ ਗਿਆ। ਅਲ ਅਰੇਬੀਆ ਨਿਊਜ਼ ਦੇ ਮੁਤਾਬਕ ਅਫਗਾਨਿਸਤਾਨ ਦੇ ਸੂਬਾ ਕੰਧਾਰ ਦੇ ਵਿੱਚ ਤਾਲਿਬਾਨ ਅਹਿਲਕਾਰਾਂ ਨੇ ਡੈਂਟਲ ਕਲੀਨਿਕਸ ਦੇ ਵਿੱਚ ਜਾਣ ਵਾਲੀ ਖਵਾਤੀਨ ਮਰੀਜ਼ਾਂ ਨੂੰ ਬਾਹਰ ਕੱਢ ਦਿੱਤਾ ਹੈ। ਤੇ ਉਸ ਤੋਂ ਇਲਾਵਾ ਮਰੀਮ ਨਵਾਜ਼ ਨੇ ਆਖਿਆ ਹੈ ਕਿ ਪੰਜਾਬ ਦੀ ਫਿਕਰ ਛੱਡੋ, ਸਿੰਧ ਦਾ ਕੀ ਹਾਲ ਹੈ ਇਹਨੂੰ ਦੇਖੋ, ਆਪਣੇ ਮਸ਼ਵਰੇ ਆਪਣੇ ਕੋਲ ਰੱਖੋ। ਇਹ ਉਹਨਾਂ ਨੇ ਡੀਜੀ ਖਾਂ ਦੇ ਵਿੱਚ ਇਲੈਕਟ੍ਰੋਨਿਕ ਬੱਸਾਂ ਦੇ ਮਨਸੂਬੇ ਦਾ ਇਫਤਤਾਹ ਕਰਦਿਆਂ ਆਖਿਆ ਹੈ। ਉਹਨਾਂ ਨੇ ਕਿਹਾ ਦੁਨੀਆ ਦੇ ਸਾਹਮਣੇ ਹੱਥ ਨਹੀਂ ਫੈਲਾ ਰਹੀ, ਮੈਂ ਨਵਾਜ਼ ਸ਼ਰੀਫ ਦੀ ਧੀ ਹਾਂ ਤੇ ਕਿਸੇ ਦੇ ਅੱਗੇ ਇਮਦਾਦ ਲਈ ਹੱਥ ਨਹੀਂ ਫੈਲਾਵਾਂਗੀ। ਕੋਈ ਬਾਇਜ਼ਤ ਸ਼ਖਸ ਇਮਦਾਦ ਮੰਗਣ ਦੀ ਗੱਲ ਨਹੀਂ ਕਿਵੇਂ ਕਰ ਸਕਦਾ ਹੈ। ਮੈਨੂੰ ਕਿਸੇ ਇਮਦਾਦ ਦੀ ਜ਼ਰੂਰਤ ਨਹੀਂ, ਪੰਜਾਬ ਦੇ ਆਵਾਮ ਦਾ ਪੈਸਾ ਪੰਜਾਬ ਦੀ ਆਵਾਮ ਤੇ ਹੀ ਖਰਚ ਹੋਏਗਾ। ਹੁਣ ਤੱਕ ਲਈ ਨਾਜ਼ਰੀਨ ਇੰਨਾ ਹੀ, ਅਗਲੇ ਬੁਲੇਟਿਨ ਤੱਕ ਇਜਾਜ਼ਤ।